सूरा अबस। ये सूरत जिहड़ी है ना, इहदे बारे च समझ लो कि वाकया वा कि नबी सल्लल्लाहु अलैहि वसल्लम एक दफा कुछ क्रैश दे जिहड़े सरदार सीगे उन्हां नूं दीन दी दावत दे रहे सी। कोल दी एक नाबीना सहाबी गुजरे, अब्दुल्ला इब्न मखतूम रजी अल्लाह तआला अन्हु। ते ओ अब्दुल्ला इब्न मखतूम रजी अल्लाह तआला अन्हु जिहड़े ना, ਉਹ ਕਿਉਂਕਿ ਜ਼ਾਹਿਰ ਹੈ ਅੱਖਾਂ ਤੋਂ ਤਾਂ ਨਾਬੀਨਾ ਸੀ, ਮਾਹੌਲ ਨੂੰ ਤਾਂ ਨਹੀਂ ਉਹ ਪਛਾਣਦੇ ਸੀਗੇ, ਲੇਕਿਨ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਕਿਉਂਕਿ ਉਹ ਈਮਾਨ ਲਿਆ ਚੁੱਕੇ ਸੀ ਤੇ ਉਹ ਆਵਾਜ਼ ਨੂੰ ਵੀ ਪਹਿਚਾਣਦੇ ਸੀ ਤੇ ਉਹ ਆਵਾਜ਼ ਪਹਿਚਾਣ ਕੇ ਉਧਰ ਨੂੰ ਆ ਗਏ। ਜਦੋਂ ਉਧਰ ਆਏ ਤੇ ਹੁਣ ਉਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਹਿਣ ਲੱਗੇ, ਅੱਲਾਹ ਦੇ ਰਸੂਲ ਮੈਨੂੰ ਤੁਸੀਂ ਕੋਈ ਹਦਾਇਤ ਦੀ ਗੱਲ ਦੱਸੋ, ਮੈਨੂੰ ਕੋਈ ਤੁਸੀਂ ਖੈਰ ਦੀ ਗੱਲ ਦੱਸੋ, ਮੈਨੂੰ ਕੋਈ ਨਸੀਹਤ ਕਰੋ। ਹੁਣ ਨਬੀ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਨਾਲ ਗੁਫ਼ਤਗੂ ਕਰ ਰਹੇ ਸੀਗੇ ਤੇ ਵਿੱਚ ਅਬਦੁੱਲਾ ਇਬਨ ਮਖਤੂਮ ਰਜ਼ੀ ਅੱਲਾਹ ਤਾਲਾ ਨੂੰ ਆ ਗਏ। नबी सल्लल्लाहु अलैहि वसल्लम ਨੂੰ ਇਹ ਗੱਲ ਕੁਛ ਅੱਛੀ ਨਹੀਂ ਲੱਗੀ। ਇਹ ਨੋਟ ਕਰ ਲਓ, ਇਹਦੀ ਵਜ੍ਹਾ ਅਸਲ ਦੇ ਵਿੱਚ ਕੀ ਹੈ ਕਿ ਹਰ ਮਾਸ਼ਰਾ ਜਿਹੜਾ ਨਾ ਉਹਦੇ ਵਿੱਚ ਕੁਝ ਲੋਕ ਜਿਹੜੇ ਆ ਨਾ ਉਹਨਾਂ ਨੂੰ ਇੱਕ ਹੈਸੀਅਤ ਹਾਸਲ ਹੁੰਦੀ ਹੈ ਔਰ ਉਹ ਲੋਕ ਬੜੇ ਮੁਅੱਸਰ ਹੁੰਦੇ ਆ ਹਰ ਮਾਸ਼ਰੇ 'ਚ, ਜਦੋਂ ਕਿ ਇੱਕ ਆਮ ਆਦਮੀ ਇੰਨਾ ਮੁਅੱਸਰ ਨਹੀਂ ਹੁੰਦਾ। ਤੁਸੀਂ ਅਕਸਰ ਦੇਖੋਗੇ ਕਿ ਜਿਹੜੇ ਵੀ ਦਾਵਤ ਦਾ ਕੰਮ ਕਰਨ ਵਾਲੇ ਹੁੰਦੇ ਨਾ, ਜਿਹੜੇ ਦਾਈ ਹੁੰਦੇ ਆ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮਾਸ਼ਰੇ ਦੇ ਵਿੱਚ ਇਦਾਂ ਦੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਆਪਣੀ ਦਾਵਤ ਪਹੁੰਚਾਈ ਜਾਵੇ ਜਿਨ੍ਹਾਂ ਦਾ ਮਾਸ਼ਰੇ ਤੇ ਹੋਲਡ ਹੈ, ਕਿਉਂਕਿ ਉਹਨਾਂ ਲੋਕਾਂ ਦੇ ਜ਼ਰੀਏ ਦਾਵਤ ਫੈਲਦੀ ਹੈ, ਆਮ ਆਦਮੀ ਦੇ ਜ਼ਰੀਏ ਘੱਟ ਫੈਲਦੀ ਹੈ, ਕਿਉਂਕਿ ਆਮ ਆਦਮੀ ਦਾ ਮਾਸ਼ਰੇ ਦੇ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ, ਕੋਈ ਅਸਰ ਨਹੀਂ ਹੁੰਦਾ। ਤੁਸੀਂ ਇਹਦੀ ਮਿਸਾਲ ਇਦਾਂ ਸਮਝ ਲਓ कि नबी सल्लल्लाहु अलैहि वसल्लम ने दुआ की थी, अल्लाह तू या उमर बिन हशाम या उमर बिन खताब नू ईमान दी तौफीक दे दे। ये क्यों की थी? कदी तुसी ये सोचा कि बलाल रजी अल्लाह ताला नु वास्ते तो नहीं की, किसी और गरीब साहबी वास्ते तो नहीं की, ये इन्हां दे वास्ते, क्योंकि ये माशरे दे सरकरदा उमर बिन हशाम यानी अबू जेहल जिहड़ा बड़ा जे किधरे ईमान लै आंदा, वो उमर फारूक रजी अल्लाह ताला नु दे पल्ले दा बंदा सीगा। बस ये अल्लाह दी तौफीक सी कि अल्लाह ने वो उमर फारूक रजी अल्लाह ताला ने नसीब कर दी। और फिर देखो, यानी एक बंदा हुंदा है जिहड़ा समझ लो कि बस ਆਪਣੇ ਜੋਗਾ ਹੀ ਹੁੰਦਾ ਔਰ ਇੱਕ ਬੰਦਾ ਇਹ ਹੁੰਦਾ ਉਹ ਹਜ਼ਾਰਾਂ ਵਰਗਾ ਹੁੰਦਾ, ਸੌਵਾਂ ਵਰਗਾ ਹੁੰਦਾ, ਸੈਂਕੜਿਆਂ ਵਰਗਾ ਹੁੰਦਾ। ਹੁਣ ਜਿੱਦਾਂ ਹਜ਼ਰਤ ਹਮਜ਼ਾ ਰਜ਼ੀ ਅੱਲਾਹ ਤਾਲਾ ਨੂੰ, ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ, ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ, ਉਹ ਫਿਰ ਇਦਾਂ ਦੇ ਬੰਦੇ ਜਿਹੜਾ ਨਾ ਉਹਨਾਂ ਦੀ ਉਹ ਤਰਜੀਹ ਇਸ ਵਾਸਤੇ ਨਹੀਂ ਦੇਈਦੀ ਕਿ ਸਾਡਾ ਕੋਈ ਕੰਮ ਕਰਨਗੇ ਜਾਂ ਅਸੀਂ ਕੋਈ ਕੰਮ ਲੈਣਾ। ਅਸਲ ਤੇ ਕੰਮ ਉਹ ਹੀ ਹੈ ਜਿਹਦੇ ਵਾਸਤੇ ਅਸੀਂ ਦਾਵਤ ਤਬਲੀਗ ਕੁਰਾਨ ਪਹੁੰਚਾਉਂਦੇ ਹਾਂ ਤੇ ਮਕਸਦ ਇਹ ਨਹੀਂ ਹੁੰਦਾ ਕਿ ਸਾਨੂੰ ਕੋਈ ਇਹਦੇ ਤੋਂ ਫਾਇਦਾ ਲੱਭੇਗਾ, ਇਸ ਦਾਵਤ ਨੂੰ ਤਰੱਕੀ ਮਿਲੇਗੀ। ਤੇ ਜ਼ਾਹਿਰ ਹੈ ਫਿਰ ਉੱਥੇ ਉਹਨਾਂ ਨੂੰ ਕੁਛ ਤਰਜੀਹ ਦੇਣੀ ਪੈਂਦੀ ਹੈ, ਕੋਈ ਪ੍ਰੋਟੋਕੋਲ ਉਹਨਾਂ ਨੂੰ ਦੇਣਾ ਪੈਂਦਾ। ਇਹ ਕੁਦਰਤੀ ਗੱਲ ਹੈ ਕਿ ਹੁਣ ਜੇ ਤੁਸੀਂ ਕਿਸੇ MP MNA ਨੂੰ ਚਾਹੁੰਦੇ ਹੋ ਕਿ ਅਸੀਂ ਆਪਣੀ ਦਾਵਤ ਪਹੁੰਚਾਈਏ ਤੇ ਜ਼ਾਹਿਰ ਗੱਲ ਹੈ ਕਿ ਉਹਨੂੰ ਤੁਸੀਂ ਕਿਸੇ ਤਰੀਕੇ ਨਾਲ ਦਿਓਗੇ ਨਾ, ਉਹਨੂੰ ਤੁਸੀਂ ਕਹੋ ਕਿ ਜੀ ਆ ਸਾਡੇ ਤੁਸੀਂ